ਅੱਜ ਮੈਂ ਤੁਹਾਨੂੰ ਆਰਾਮ ਨਾਲ ਐਂਗੂਲਰ ਮੋਮੈਂਟਮ ਤੇ ਲੈ ਕੇ ਜਾਵਾਂਗਾ। ਕੁਝ ਕੁ ਅਸੀਂ ਪਹਿਲਾਂ ਹੀ ਸਟਰਨ-ਗਰਲਾਕ ਐਕਸਪੈਰੀਮੈਂਟ ਨਾਲ ਅਤੇ ਹਾਈਡਰੋਜਨ ਐਟਮ ਨਾਲ ਵੀ ਵੇਖ ਚੁੱਕੇ ਹਾਂ, ਪਰ ਫਾਰਮਲਿਜ਼ਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਂਗੂਲਰ ਮੋਮੈਂਟਮ ਅਲਜੇਬਰਾ ਵਿੱਚ ਅਸਲ ਵਿੱਚ ਕੀ ਹੁੰਦਾ ਹੈ। ਇਹਨਾਂ ਸਟੇਟਾਂ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਅਸੀਂ ਹਾਰਮੋਨਿਕ ਓਸੀਲੇਟਰ ਦੀ ਤੁਲਨਾ ਵਧਾਉਣ ਅਤੇ ਘਟਾਉਣ ਵਾਲੇ ਆਪਰੇਟਰਾਂ ਦੇ ਬਰਾਬਰ ਪੀੜ੍ਹੀ ਦੇ ਆਪਰੇਟਰਾਂ ਦੇ ਸੰਚਾਲਨ ਦੇ ਤਹਿਤ ਕਿਵੇਂ ਪਾਉਂਦੇ ਹਾਂ, ਅਤੇ ਇਸ ਕੇਸ ਵਿੱਚ ਕੀ ਹੁੰਦਾ ਹੈ। ਤਾਂ ਇਹ ਉਹੀ ਹੈ ਜੋ ਅਸੀਂ ਪਿਛਲੇ ਲੈਕਚਰ ਵਿੱਚ ਸ਼ੁਰੂ ਕੀਤਾ ਸੀ। ਪਿਛਲੇ ਹਫ਼ਤੇ ਤਾਂ ਮੈਂ ਐਂਗੂਲਰ ਮੋਮੈਂਟਮ ਦੀ ਇਸ ਸਕੈਵਿੰਗਰ ਵਿਧੀ ਓਸੀਲੇਟਰ ਮਾਡਲ ਦੀ ਸਮੀਖਿਆ ਕਰਨਾ ਜਾਰੀ ਰੱਖਦਾ ਹਾਂ, ਅਤੇ ਫਿਰ ਅੱਗੇ ਵਧਾਂਗੇ, ਕਿਵੇਂ ਵੇਖਾਂਗੇ ਰੋਟੇਸ਼ਨ ਆਪਰੇਸ਼ਨ ਕੀ ਹੈ ਜੋ ਐਂਗੂਲਰ ਮੋਮੈਂਟਮ ਨਾਲ ਮੇਲ ਖਾਂਦਾ ਹੈ। ਠੀਕ ਹੈ, ਤਾਂ ਇਹ ਅੱਜ ਦਾ ਵਿਸ਼ਾ ਹੈ। ਇਸ ਲਈ ਯਾਦ ਕਰੋ ਕਿ ਪਿਛਲੇ ਲੈਕਚਰ ਵਿੱਚ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਚਲੋ ਦੋ ਇੰਡੀਪੈਂਡੈਂਟ ਓਸੀਲੇਟਰ 2 ਅਤੇ 1 ਡੈਗਰ ਨੂੰ ਵਧਾਉਣ ਅਤੇ ਘਟਾਉਣ ਵਾਲੇ ਆਪਰੇਟਰਾਂ ਵਜੋਂ ਲੈਂਦੇ ਹਾਂ। ਇੱਕ ਓਸੀਲੇਟਰ ਵਾਲੇ ਆਪਰੇਟਰਾਂ ਨੂੰ ਘੱਟ ਕਰਨਾ ਅਤੇ ਵਧਾਉਣਾ ਅਤੇ ਦੂਜੇ ਓਸੀਲੇਟਰਾਂ ਲਈ B ਅਤੇ B ਡੈਗਰ, ਪਰ ਉਹ ਇੰਡੀਪੈਂਡੈਂਟ ਹਨ। ਇਸ ਤੋਂ ਭਾਵ ਇਹ ਹੈ ਕਿ B ਵਾਲੇ ਕਿਸੇ ਵੀ A ਆਪਰੇਟਰ ਦਾ ਕਮਿਊਟੇਟਰ 0 ਹੁੰਦਾ ਹੈ। ਇਸ ਲਈ ਅਸੀਂ ਇਹਨਾਂ ਚਾਰ ਆਪਰੇਟਰਾਂ ਦੀ ਵਰਤੋਂ ਕਰਕੇ ਐਂਗੂਲਰ ਮੋਮੈਂਟਮ ਆਪਰੇਟਰ ਬਣਾਉਣਾ ਚਾਹੁੰਦੇ ਸੀ। ਇਸ ਲਈ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜੇਕਰ ਅਸੀਂ ਇਸ ਲਈ ਜੇ ਪਲਸ ਲੈਂਦੇ ਹਾਂ ਤਾਂ ਆਰਡਰ ਸੱਚੀ-ਮੁੱਚੀ ਮਹੱਤਵ ਨਹੀਂ ਰੱਖਦਾ ਹੈ, ਕਿਉਂਕਿ ਕਮਿਊਟ ਹੋ ਸਕਦਾ ਹੈ। ਡੈਗਰ ਵੀ ਮਹੱਤਵ ਨਹੀਂ ਰੱਖਦਾ ਹੈ। ਠੀਕ ਇਸ ਲਈ ਜੇਕਰ ਅਸੀਂ ਜੇ ਪਲਸ ਲੈਂਦੇ ਹਾਂ ਤਾਂ ਇਹ ਹਰਮਿਟੀਅਨ ਨਹੀਂ। ਜੇਕਰ ਤੁਸੀਂ ਉਸਦੇ ਹਰਮਿਟੀਅਨ ਜਾਂ ਉਸਦੇ ਡੈਗਰ ਨੂੰ ਲੈਂਦੇ ਹਾਂ ਤਾਂ ਤੁਹਾਨੂੰ ਜੇ ਮਾਈਨਸ ਪ੍ਰਾਪਤ ਹੋਵੇਗਾ। ਜੇ ਮਾਈਨਸ ਇਹ ਹੈ ਕਿ ਇਹ ਸਹੀ ਹੈ। ਫਿਰ ਮੈਂ ਕਿਹਾ ਕਿ ਐਂਗੂਲਰ ਮੋਮੈਂਟਮ ਅਲਜੇਬਰਾ ਕਿਰਪਾ ਕਰਕੇ ਵਾਪਸ ਜਾਓ ਅਤੇ ਇਹ ਨਿਰਧਾਰਤ ਕਰਨ ਲਈ ਐਂਗੂਲਰ ਮੋਮੈਂਟਮ ਅਲਜੇਬਰਾ ਦੀ ਵਰਤੋਂ ਕਰੋ ਕਿ ਇਹਨਾਂ ਦੋ ਆਪਰੇਟਰਾਂ ਵਿੱਚੋਂ ਜੇ 3 ਕਿਸ ਤੋਂ ਬਣਿਆ ਹੈ। ਇਸ ਲਈ ਇਹ ਦੋ ਹਾਰਮੋਨਿਕ ਓਸਕੀਲੇਟਰ ਆਪਰੇਟਰਾਂ ਦੇ ਸੰਬੰਧ ਵਿੱਚ ਜੇ ਪਲਸ ਅਤੇ ਜੇ ਮਾਈਨਸ ਲਈ ਇੱਕ ਰਿਪਰੈਜ਼ੈਂਟੇਸ਼ਨ ਹੈ। ਅਤੇ ਰਿਪਰੈਜ਼ੈਂਟੇਸ਼ਨ ਦੀ ਵਰਤੋਂ ਕਰਦੇ ਹੋਏ ਅਸੀਂ ਐਂਗੂਲਰ ਮੋਮੈਂਟਮ ਅਲਜੇਬਰਾ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਾਂ, ਜੋ ਤੁਹਾਨੂੰ ਦੱਸੇਗਾ ਕਿ ਜੇ 3 ਲਈ ਰਿਪਰੈਜ਼ੈਂਟੇਸ਼ਨ ਕੀ ਹੋਣੀ ਚਾਹੀਦੀ ਹੈ। ਇਸ ਲਈ ਜੇ ਤੁਸੀਂ ਇਸ ਨੂੰ ਹੱਲ ਕਰਦੇ ਹੋ ਤਾਂ ਇਹ ਦਿੱਤੇ ਗਏ ਹਾਰਮੋਨਿਕ ਓਸਕੀਲੇਟਰ ਲਈ ਨੰਬਰ ਆਪਰੇਟਰ ਦੇ ਵਿਚਕਾਰ ਦਾ ਅੰਤਰ ਹੋਵੇਗਾ, ਜਿਸ ਨੂੰ ਮੈਂ n ਸਬਸਕ੍ਰਿਪਟ A ਕਹਿੰਦਾ ਹਾਂ। ਇਸੇ ਤਰ੍ਹਾਂ ਇਹ ਨੰਬਰ ਆਪਰੇਟਰ ਮਾਈਨਸ ਨੰਬਰ ਆਪਰੇਟਰ B ਅਤੇ B ਡੈਗਰ ਦੁਆਰਾ ਦਿੱਤੇ ਗਏ ਹਾਰਮੋਨਿਕ ਓਸਕੀਲੇਟਰ ਨਾਲ ਸੰਬੰਧਿਤ ਹਨ। ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ। ਜਦੋਂ ਇੱਕ ਵਾਰ ਮੈਨੂੰ ਜੇ ਪਲਸ ਜੇ ਮਾਈਨਸ ਅਤੇ ਜੇ 3 ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਜੇ ਡਾਟ ਜੇ ਨੂੰ ਜੇ ਪਲਸ ਜੇ ਮਾਈਨਸ ਅਤੇ ਜੇ 3 ਪਲਸ 1 ਦੀ ਟਰਮਜ਼ ਵਿੱਚ ਲਿਖ ਸਕਦਾ ਹਾਂ, ਉਹ ਕੀ ਹੋਵੇਗਾ? ਇਸ ਲਈ ਕੀ ਮੈਂ ਇਸ ਜੇ x ਸਕੁਏਅਰਡ ਪਲਸ ਜੇ y ਸਕੁਏਅਰਡ ਨੂੰ ਜੇ ਪਲਸ ਜੇ ਮਾਈਨਸ ਦੇ ਰੂਪ ਵਿੱਚ ਲਿਖ ਸਕਦਾ ਹਾਂ? ਕੀ ਇਹ ਸਹੀ ਹੈ? ਮੈਨੂੰ ਇਹ ਕਰਨ ਦੀ ਲੋੜ ਹੈ। ਕਿਉਂਕਿ ਜੇ ਪਲਸ ਅਤੇ ਜੇ ਮਾਈਨਸ ਕਮਿਊਟ ਨਹੀਂ ਕਰਦੇ। ਇਸ ਲਈ ਜੇ ਪਲਸ ਅਤੇ ਜੇ ਮਾਈਨਸ ਕੀ ਹੋਣਗੇ? ਜੇ x ਪਲਸ i ਜੇ y ਜੇ ਮਾਈਨਸ ਜੇ x ਮਾਈਨਸ i ਜੇ y ਹੈ। ਕੀ ਇਹ ਸਹੀ ਹੈ? ਇਸ ਲਈ ਜੇਕਰ ਤੁਸੀਂ ਇਹਨਾਂ ਦੋਵਾਂ ਦਾ ਪ੍ਰੋਡਕਟ ਲੈਂਦੇ ਹੋ ਤਾਂ ਇਹ ਜੇ x ਸਕੁਏਅਰਡ ਪਲਸ ਜੇ y ਸਕੁਏਅਰਡ ਹੋਵੇਗਾ, ਪਰ ਤੁਹਾਡੇ ਕੋਲ ਜੇ y ਜੇ x ਜੇ y ਵੀ ਹੈ ਜੋ ਕਮਿਊਟ ਨਹੀਂ ਕਰਦੇ। ਇਸ ਲਈ ਤੁਹਾਨੂੰ ਕੋਈ ਹੋਰ ਕੰਬੀਨੇਸ਼ਨ ਲੈਣ ਦੀ ਲੋੜ ਹੈ ਤਾਂ ਕਿ ਉਹ ਕਰੋਸ ਟਰਮ ਕੈਂਸਲ ਹੋ ਜਾਵੇ। ਕਲਾਸੀਕਲੀ ਤੁਸੀਂ ਇਸ ਨੂੰ ਹੁਣ ਪ੍ਰੋਡਕਟ ਦੇ ਰੂਪ ਵਿੱਚ ਲਿਖ ਸਕਦੇ ਹੋ, ਅਤੇ ਕੁਆਂਟਮ ਮਕੈਨਿਕਲੀ ਤੁਹਾਨੂੰ ਇਸ ਨੂੰ ਸਮਿਟਰਾਈਜ਼ ਕਰਨਾ ਪਵੇਗਾ ਤਾਂ ਕਿ ਇਹ ਉਸ ਜੇ ਪਲਸ ਅਤੇ ਜੇ ਮਾਈਨਸ ਦਾ ਖਿਆਲ ਰੱਖੇ ਜੋ ਕਮਿਊਟ ਨਹੀਂ ਕਰਦੇ। ਇਸ ਲਈ ਤੁਸੀਂ ਦੇਖਿਆ ਹੈ ਕਿ ਜੇ ਮਾਈਨਸ ਨਾਲ ਜੇ ਪਲਸ ਜੇ 3h ਕਰੋਸ ਦਾ ਦੁੱਗਣਾ ਹੁੰਦਾ ਹੈ। ਸ਼ਾਇਦ ਮੈਂ ਉੱਥੇ h ਕਰੋਸ ਨਹੀਂ ਲਿਖਿਆ ਹੈ, ਮੈਨੂੰ ਉੱਥੇ h ਕਰੋਸ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਉਸ ਫੈਕਟ ਦੀ ਵਰਤੋਂ ਕਰਕੇ ਹੋ ਸਕਦਾ ਹੈ ਕਿ ਜੇ x ਜੇ y
IH ਕਰੋਸ ਜੇ Z ਹੁੰਦਾ ਹੈ। ਇਸ ਫੈਕਟ ਦੀ ਵਰਤੋਂ ਕਰੋ ਅਤੇ ਤੁਸੀਂ ਇਸ ਨੂੰ ਕੱਢ ਸਕਦੇ ਹੋ। ਇਸ ਲਈ ਜੇ x ਸਕੁਏਅਰਡ ਪਲੱਸ ਜੇ x ਸਕੁਏਅਰਡ a ਅਤੇ ਜੇ z ਸਕੁਏਅਰ ਹੁੰਦਾ ਹੈ ਜਿਸ ਨੂੰ ਤੁਸੀਂ ਹੁਣੇ ਲਿਖਿਆ ਹੈ। ਇਸ ਨੂੰ ਜੋੜੋ ਅਤੇ ਇਸ ਨਾਲ ਤੁਹਾਨੂੰ ਜੇ ਡਾਟ ਪ੍ਰਾਪਤ ਹੋਵੇਗਾ। ਜੇ ਡਾਟ ਜੇ ਪਲੱਸ ਜੇ ਮਾਈਨਸ ਜੇ ਪਲੱਸ ਬਾਏ 2 ਪਲੱਸ ਜੇ z ਸਕੁਏਅਰ ਹੋਵੇਗਾ। ਇਸ ਲਈ ਪਿੱਛੇ ਜੇ ਤੁਹਾਨੂੰ ਦਿੱਤਾ ਹੋਇਆ ਹੈ ਅਤੇ ਜੇ ਤੁਹਾਨੂੰ ਦਿੱਤਾ ਹੋਇਆ ਹੈ। ਜੇ ਤੁਹਾਨੂੰ ਹਾਰਮੋਨਿਕ ਓਸਕੀਲੇਟਰਾਂ ਤੋਂ ਇੰਡੀਪੈਂਡੈਂਟ ਹਾਰਮੋਨਿਕ ਓਸਕੀਲੇਟਰਾਂ ਵਿੱਚ ਕਮਿਊਟ ਕਰਨ ਲਈ ਇਹਨਾਂ ਹਾਰਮੋਨਿਕ ਓਸਕੀਲੇਟਰ ਲੈਡਰ ਓਪਰੇਟਰਾਂ ਦੇ ਸੰਦਰਭ ਵਿੱਚ ਦਿੱਤਾ ਗਿਆ ਹੈ ਅਤੇ ਜੇ 3 ਜੋ ਅਸੀਂ ਕੱਢਿਆ ਹੈ। ਪਰ ਜੇਕਰ ਤੁਸੀਂ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਪਿੱਛੇ ਜਾਓ ਅਤੇ ਇਸ ਨੂੰ ਦੇਖੋ ਅਤੇ ਇਸ ਪੁਆਇੰਟ ਦੀ ਵਰਤੋਂ ਕਰੋ ਕਿ ਜੇ ਡਾਟ ਜੇ ਕੀ ਹੈ। ਕਿਰਪਾ ਕਰਕੇ ਇਸ ਨੂੰ ਹੱਲ ਕਰੋ। ਜੇਕਰ ਤੁਸੀਂ ਇਸ ਨੂੰ ਹੱਲ ਕਰਦੇ ਹੋ ਤਾਂ ਇਹੀ ਤੁਹਾਡੇ ਲਈ ਇੱਕ ਅਭਿਆਸ ਹੋਵੇਗਾ। ਤੁਹਾਨੂੰ ਜੇ ਸਕੁਏਅਰਡ ਲਈ ਨਤੀਜਾ ਮਿਲ ਜਾਵੇਗਾ। ਇਸ ਲਈ ਹਰੇਕ ਵਿੱਚ h ਕਰੋਸ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਕੋਈ ਪ੍ਰੋਡਕਟ ਲੈਂਦੇ ਹੋ ਤਾਂ ਉਹ h ਕਰੋਸ ਸਕੁਏਅਰ ਹੋ ਜਾਵੇਗਾ। ਉਸ ਨੂੰ a ਡੈਗਰ ਅਤੇ b ਡੈਗਰ ਵਾਲੀ ਰਿਪਰੈਜ਼ੈਂਟੇਸ਼ਨਾਂ ਦੇ ਸੰਬੰਧ ਵਿੱਚ ਸਬਸਟੀਟਿਊਟ ਕਰੋ। ਅਖੀਰ ਵਿੱਚ ਇਸ ਨੂੰ ਸਾਫ਼ ਤਰੀਕੇ ਨਾਲ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ: ਸਮ ਆਫ ਨੰਬਰ ਆਪਰੇਟਰਸ ਹਾਫ ਸਮ ਆਫ ਨੰਬਰ ਆਪਰੇਟਰਸ ਗੁਣਾ ਹਾਫ ਸਮ ਆਫ ਨੰਬਰ ਆਪਰੇਟਰਸ ਜੋੜ 1। ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ ਪਰ ਇਸ ਨੂੰ ਵੀ ਦੇਖੋ ਅਤੇ ਤੁਹਾਨੂੰ ਉਹਨਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦੀ ਲੋੜ ਹੈ ਜੋ ਮੈਂ ਤੁਹਾਨੂੰ ਦਿੱਤੀਆਂ ਹਨ। ਅੱਖਾਂ ਬੰਦ ਕਰਕੇ ਜੇ x ਸਕੁਏਅਰਡ ਪਲੱਸ ਜੇ y ਸਕੁਏਅਰਡ ਨੂੰ ਜੇ ਪਲੱਸ ਜੇ ਮਾਈਨਸ ਨਾਲ ਲਿਖੋ ਤੁਹਾਨੂੰ ਕੋਈ ਉੱਤਰ ਨਹੀਂ ਮਿਲੇਗਾ। ਤੁਹਾਨੂੰ ਸਿਮੈਟਰੀ ਕੰਬੀਨੇਸ਼ਨ ਭਾਗ 2 ਲਿਖਣਾ ਪਵੇਗਾ। ਕੀ ਸਮਝ ਆ ਗਿਆ? ਸੋ ਅੱਗੇ ਕੀ? ਜੇ 3 ਆਈਗਨ ਸਟੇਟ ਤੇ ਆਪਰੇਟ ਹੋ ਰਿਹਾ ਹੈ ਅਤੇ ਜੇ ਸਕੁਏਅਰਡ ਆਈਗਨ ਸਟੇਟ ਤੇ ਆਪਰੇਟ ਹੋ ਰਿਹਾ ਹੈ ਇਹ ਇੱਕੋ ਸਮੇਂ ਆਈਗਨ ਸਟੇਟ ਤੇ ਆਪਰੇਟ ਹੋ ਰਹੇ ਹਨ ਕਿਉਂਕਿ ਜੇ ਸਕੁਏਅਰਡ ਜੇ 3 ਨਾਲ ਕਮਿਊਟ ਕਰਦਾ ਹੈ। ਇਸ ਲਈ ਹਾਰਮੋਨਿਕ ਓਸਕੀਲੇਟਰ ਦੇ ਨੰਬਰ ਆਪਰੇਟਰਾਂ ਦੀਆਂ ਕਿਹੜੀਆਂ ਆਈਗਨ ਵੈਲਿਊਜ਼ ਹੁੰਦੀਆਂ ਹਨ। ਇਹ 0 ਤੋਂ ਸ਼ੁਰੂ ਹੁੰਦੀ ਹੈ। ਨੰਬਰ ਆਪਰੇਟਰ ਦੀ ਆਈਗਨ ਵੈਲਿਊ 0 ਤੋਂ ਸ਼ੁਰੂ ਹੋ ਕੇ ਅੱਗੇ ਤੱਕ ਜਾਂਦੀ ਹੈ। ਇਸ ਲਈ ਇਸ ਦੀ ਕੋਈ ਸੀਮਾ ਨਹੀਂ ਹੈ। ਇਸੇ ਤਰ੍ਹਾਂ ਵੀ ਆਪਰੇਟਰ ਲਈ ਨੰਬਰ ਆਪਰੇਟਰ ਵੀ ਸਮਾਨ ਹੀ ਹੈ। ਇਹ ਇੰਡੀਪੈਂਡੈਂਟ ਹੁੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਨੰਬਰ ਆਪਰੇਟਰ n ਦੀ ਆਈਗਨ ਵੈਲਿਊ ਇਹ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਪਹਿਲੀ ਐਕਸਾਈਟਡ ਸਟੇਟ ਵਿੱਚ ਕੱਢਦੇ ਹੋ ਤਾਂ ਨੰਬਰ ਆਪਰੇਟਰ nb ਨੂੰ ਦੂਜੀ ਐਕਸਾਈਟਡ ਸਟੇਟ ਜਾਂ ਕਿਸੇ ਹੋਰ ਐਕਸਾਈਟਡ ਸਟੇਟ ਜਾਂ ਗਰਾਊਂਡ ਸਟੇਟ ਵਿੱਚ ਕੱਢਿਆ ਜਾ ਸਕਦਾ ਹੈ। ਇਹ ਇੰਡੀਪੈਂਡੈਂਟ ਓਸਕੀਲੇਟਰ ਹੁੰਦੇ ਹਨ। ਇਸ ਲਈ ਆਪਰੇਟਰ j ਦੀਆਂ ਆਈਗਨ ਵੈਲਿਊਜ਼ na ਪਲੱਸ nv ਬਾਏ 2 ਹੁੰਦੀ ਹੈ। ਮੰਨ ਲਓ ਕਿ ਤੁਸੀਂ ਨੰਬਰ ਆਪਰੇਟਰਾਂ ਦਾ ਸਮ ਨੰਬਰ ਆਪਰੇਟਰਾਂ ਦਾ ਅੱਧਾ ਸਮ ਲੈਂਦੇ ਹੋ ਤਾਂ ਆਈਗਨ ਵੈਲਿਊਜ਼ ਕੀ ਹੋਣਗੀਆਂ ਜਿਵੇਂ ਕਿ ਹਾਫ ਇੰਟੀਜਰ ਠੀਕ ਹੈ। ਇਹ ਇੰਟੀਜਰਸ ਜਾਂ ਹਾਫ ਓਡ ਇੰਟੀਜਰਸ ਹੋ ਸਕਦੀ ਹੈ। ਇਸ ਲਈ ਐਂਗੂਲਰ ਮੋਮੈਂਟਮ ਜੇ ਨਾਲ ਸੰਪਰਕ ਬਣਾਉਣ ਲਈ ਇਸ ਨੂੰ ਜੇ ਦੇ ਰੂਪ ਵਿੱਚ ਲੈਂਦੇ ਹਾਂ। ਤੁਹਾਨੂੰ ਪਤਾ ਹੈ ਕਿ ਇਹ 0 ਅਤੇ ਹਾਫ ਓਡ ਇੰਟੀਜਰ ਸਮੇਤ ਇੰਟੀਜਰ ਹੋ ਸਕਦਾ ਹੈ। ਬਹੁਤ ਵਧੀਆ। ਇਸੇ ਤਰ੍ਹਾਂ ਐਂਗੂਲਰ ਮੋਮੈਂਟਮ ਅਲਜੇਬਰਾ ਤੇ ਆਉਂਦੇ ਹਾਂ। ਜਦੋਂ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ na ਪਲੱਸ nb ਭਾਗ 2 ਹੋ ਜਾਂਦਾ ਹੈ। 2 ਫੈਕਟਰ ਬਹੁਤ ਹੀ ਦਿਲਚਸਪ ਹੈ। ਇਹ ਜੇ ਨੂੰ ਆਗਿਆ ਦਿੰਦਾ ਹੈ ਜੋ ਇੰਟੀਜਰ ਜਾਂ ਹਾਫ ਓਡ ਇੰਟੀਜਰ ਹੋ ਸਕਦਾ ਹੈ। ਅਸੀਂ ਇਸ ਨੂੰ ਜੇ ਕਹਾਂਗੇ ਸਾਨੂੰ ਜਲਦ ਹੀ ਇਸ ਦਾ ਅਰਥ ਪਤਾ ਲੱਗੇਗਾ। ਅਸੀਂ ਇਸ ਨੂੰ ਜੇ ਕਿਉਂ ਕਹਿੰਦੇ ਹਾਂ? ਜੇ 3 ਆਈਗਨ ਵੈਲਿਊ ਦੀ ਰੇਂਜ ਕਿੰਨੀ ਹੈ? ਤੁਸੀਂ ਜੇ 3 ਆਈਗਨ ਵੈਲਿਊ ਅੱਖਾਂ ਬੰਦ ਕਰਕੇ m ਕਰੋਸ ਲਿਖੀ ਹੋਵੇਗੀ ਅਤੇ ਤਸੀਨ ਇਹ ਲਿਖਿਆ ਦੱਸਿਆ ਹੋਵੇਗਾ ਕਿ m ਕਰੋਸ ਮਾਈਨਸ ਜੇ ਤੋਂ ਜੇ ਪਲੱਸ ਵਿੱਚ ਜਾਵੇਗਾ ਜੋ ਤੁਸੀਂ ਹਾਈਡਰੋਜਨ ਐਟਮ ਦੇ ਸਵਾਲ ਵਿੱਚ ਵੀ ਕੀਤਾ ਹੋਵੇਗਾ। ਕੀ ਇਹ ਇੱਥੇ ਸਹੀ ਬੈਠਦਾ ਹੈ? ਇਹ ਦਿੱਤੇ ਗਏ ਜੇ ਲਈ na ਮਾਈਨਸ nb ਹੈ। ਮੰਨ ਲਓ ਕਿ na 0 ਹੈ। nb ਜੇ ਹੋਵੇਗਾ ਜਿਸ ਦਾ ਅਰਥ ਹੈ ਕਿ ਜੇ 3 ਦੀ ਆਈਗਨ ਵੈਲਿਊ a ਮਾਈਨਸ ਜੇ h ਕਰੋਸ ਹੋਵੇਗੀ। ਜੇਕਰ nb 0 ਹੈ ਤਾਂ ਇਹ ਪਲੱਸ ਜੇ h ਕਰੋਸ ਹੋਵੇਗਾ ਕਿਸੇ ਵੀ ਆਰਬਿਟਰੇਰੀ ਵੈਲਿਊ ਲਈ ਜੋ ਨਾਨ 0 ਹੈ। ਇਸ ਲਈ ਤੁਸੀਂ ਇਸ ਨੂੰ ਜੇ ਨਹੀਂ ਲਿਖ ਸਕਦੇ। ਇਸ ਕਰਕੇ m ਦੀਆਂ ਜੇ 3 ਆਈਗਨ ਵੈਲਿਊਜ਼ ਮਾਈਨਸ ਜੇ ਤੋਂ ਪਲੱਸ ਜੇ ਤੱਕ ਜਾਣੀਆਂ ਚਾਹੀਦੀਆਂ ਹਨ। ਇਹ ਸੁਭਾਵਿਕ ਜਿਹੀ ਗੱਲ ਹੈ। ਕੀ ਇਹ ਦਿਲਚਸਪ ਨਹੀਂ? ਮੈਨੂੰ ਨਹੀਂ ਪਤਾ। ਮੈਂ 2 ਹਾਰਮੋਨਿਕ ਓਸਕੀਲੇਟਰਾਂ ਨੂੰ ਵਰਤਦੇ ਹੋਏ ਇੱਕ ਅਲਜੇਬਰਾ ਬਣਾਇਆ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਐਂਗੂਲਰ ਮੋਮੈਂਟਮ ਅਲਜੇਬਰਾ ਹੈ ਅਤੇ ਮੈਂ ਸਿਰਫ ਇਹ ਪੜਚੋਲ ਕਰਨ ਦੀ ਕੋਸ਼ਿਸ਼ ਵਿੱਚ ਹਾਂ ਕਿ 3 ਆਈਗਨ ਵੈਲਿਊਜ਼ ਕੀ ਹੋਣਗੀਆਂ ਜੇ ਸਕੁਏਅਰਡ
ਐਚ ਕਰੋ ਸਕੁਏਅਰਡ ਜੇ ਗੁਣਾ ਜੇ ਜੋੜ 1 ਦੀ ਵੈਲਿਊ ਕੀ ਹੋਵੇਗੀ? ਇਹ ਬਿਲਕੁਲ ਉਹੀ ਹੈ ਜੋ ਤੁਸੀਂ ਪੜ੍ਹਿਆ ਹੈ, ਅਤੇ m ਦੀ ਰੇਂਜ ਸੁਭਾਵਿਕ ਤੌਰ ਤੇ -j ਤੋਂ +j ਤੱਕ ਜਾਂਦੀ ਹੈ। ਇਸ ਲਈ m ਸਪਸ਼ਟ ਤੌਰ ਤੇ ਦੋ ਨੰਬਰ ਆਪਰੇਟਰਾਂ ਦੇ ਵਿਚਕਾਰ ਦਾ ਅੰਤਰ ਹੈ, ਅਤੇ ਇਸੇ ਤਰ੍ਹਾਂ ਜੇ ਸਕੁਏਅਰਡ ਆਈਗਨ ਵੈਲਿਊ ਵਿੱਚ ਜੇ ਨੰਬਰ ਆਪਰੇਟਰਾਂ ਦਾ ਸਮ ਹਾਫ ਸਮ ਹੈ। ਇਸ ਨੂੰ ਹੀ ਪਛਾਣ ਕਹਿੰਦੇ ਹਨ। ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਦੋ ਹਾਰਮੋਨਿਕ ਓਸਕੀਲੇਟਰਸ ਲੈਂਦੇ ਹੋ, ਤਾਂ ਦੋਵੇਂ ਹਾਰਮੋਨਿਕ ਓਸਕੀਲੇਟਰਾਂ ਦੇ ਨੰਬਰ ਆਪਰੇਟਰਾਂ ਦਾ ਹਾਫ ਸਮ ਐਂਗੂਲਰ ਮੋਮੈਂਟਮ ਹੋਣਾ ਚਾਹੀਦਾ ਹੈ, ਅਤੇ ਮੈਗਨੈਟਿਕ ਕੁਆਂਟਮ ਨੰਬਰ m ਨੰਬਰ ਆਪਰੇਟਰਾਂ ਦੇ ਵਿਚਕਾਰ ਦਾ ਅੱਧਾ ਅੰਤਰ ਹੋਵੇਗਾ। ਇੱਕ ਵਾਰ ਜਦੋਂ ਮੈਂ ਇਹ ਰੇਂਜ ਲੈ ਲੈਂਦਾ ਹਾਂ, ਤਾਂ ਮੇਰੇ m ਦੀ ਰੇਂਜ ਸਵੈਚਲਿਤ ਤੌਰ ਤੇ -j ਤੋਂ +j ਤੇ ਫਿਕਸ ਹੋ ਜਾਵੇਗੀ। ਇਸ ਤੇ ਕੋਈ ਸਵਾਲ? ਇਸ ਲਈ m ਦੀ ਰੇਂਜ -j ਤੋਂ ਜਾਂਦੀ ਹੈ। -j + ਇੱਕ ਉੱਚਤਮ ਮੁੱਲ ਜੋ j ਲੈ ਸਕਦਾ ਹੈ ਉਹ +2 ਹੈ। ਓਕੇ, ਤਾਂ ਇਹ ਵਿਧੀ ਸਟੇਟਸ ਜੇ m ਦੇ ਨਾਲ ਇੰਟੀਜਰ ਜਾਂ ਹਾਫ ਓਡ ਇੰਟੀਜ਼ਰਾਂ ਨੂੰ ਸੁਭਾਵਿਕ ਤੌਰ ਤੇ ਰੂਪ ਦਿੰਦੀ ਹੈ, ਅਤੇ ਸਟੇਟਸ ਦੀ ਕੁੱਲ ਸੰਖਿਆ ਜੇ m ਦੇ ਨਾਲ ਜੇ m j ਸਕੁਏਅਰਡ ਇਗਨ ਵੈਲਿਊ m ਹੈ ਜੋ -j ਤੋਂ +j ਤੇ ਜਾਂਦੀ ਹੈ। ਇਹ ਕਿੰਨੇ ਹਨ? m -j ਤੋਂ +j ਵਿੱਚ ਜਾਂਦਾ ਹੈ, ਤਾਂ ਸਟੇਟਸ ਦਾ ਇਹ ਸੰਖਿਆ j ਸਕੁਏਅਰ ਇਗਨ ਵੈਲਿਊ ਦੀ ਤਰ੍ਹਾਂ ਹੁੰਦੀ ਹੈ ਜੋ 2j + 1 ਹੋ ਜਾਵੇਗੀ। ਤੁਸੀਂ j ਅਤੇ m ਦੀਆਂ ਟਰਮਾਂ ਵਿੱਚ na ਦੀ ਆਈਗਨ ਵੈਲਿਊ ਨੂੰ ਮੁੜ ਲਿਖ ਸਕਦੇ ਹੋ। ਅਸੀਂ ਵੇਖਾਂਗੇ ਅਸੀਂ ਇਹ ਕਿਉਂ ਕਰਨਾ ਚਾਹੁੰਦੇ ਹਾਂ। ਰਾਈਟ ਦਿੱਤਾ ਗਿਆ n a + nb ਬਟਾ 2 ਜੇ na - nb ਬਟਾ 2 ਜੋ m ਹੈ, ਤੁਸੀਂ na ਨੂੰ j + m ਵਾਲੇ ਨੰਬਰ ਆਪਰੇਟਰ ਨਾਲ ਆਈਗਨ ਵੈਲਿਊ ਵਜੋਂ ਵੀ ਲਿਖ ਸਕਦੇ ਹੋ, ਅਤੇ ਇਸੇ ਤਰ੍ਹਾਂ ਨੰਬਰ ਆਪਰੇਟਰ b ਦਾ ਆਈਗਨ ਮੁੱਲ j - ਹੈ m। ਕੀ ਇਹ ਹਮੇਸ਼ਾ ਇੰਟੀਜਰ ਹੁੰਦਾ ਹੈ ਜਾਂ ਨਹੀਂ? j - m ਇਹ ਇੰਟੀਜਰ ਹੋਣਾ ਚਾਹੀਦਾ ਹੈ। ਜੇ ਹਾਫ ਓਡ ਹੈ, ਫਿਰ m ਵੀ ਹਾਫ ਓਡ ਹੈ। ਇਸ ਲਈ ਦੋ ਹਾਫ ਓਡ ਵਿਚਕਾਰ ਦਾ ਅੰਤਰ ਇੰਟੀਜਰ ਹੋਣਗੇ ਜਾਂ ਕੁੱਲ ਇੰਟੀਜਰ ਹੋਣਗੇ। ਬਹੁਤ ਸ਼ਾਨਦਾਰ ਵਿਪਰੀਤ ਇਹ ਵੀ ਸਹੀ ਹੈ। ਇਹ ਸੰਗਤ ਹੈ। ਜੇਕਰ ਤੁਸੀਂ ਨੰਬਰ ਆਪਰੇਟਰ ਆਈਗਨ ਵੈਲਿਊ ਹਾਫ ਓਡ ਇੰਟੀਜਰ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ ਤਾਂ ਅਸੀਂ ਫਸ ਜਾਂਦੇ ਹਾਂ। ਅਸੀਂ ਇਸ ਦੀ ਵਰਤੋਂ ਨਹੀਂ ਕਰ ਸਕਦੇ। ਠੀਕ, ਹੁਣ ਅਸੀਂ ਕੀ ਕਰਨਾ ਚਾਹੁੰਦੇ ਹਾਂ? ਅਸੀਂ ਜਾਂ ਫਿਰ ਇਹਨਾਂ na ਅਤੇ nb ਆਈਗਨ ਵੈਲਿਊਜ਼ ਵਾਲੇ ਦੋ ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ ਨਾਲ ਕੰਮ ਕਰ ਸਕਦੇ ਹਾਂ। na nb ਆਈਗਨ ਦਿੱਤੀਆਂ ਵੈਲਿਊਜ਼ ਵਿੱਚ ਜੇ ਤਿੰਨ ਆਪਰੇਟਰ ਦੀਆਂ ਸਟੇਟਾਂ ਮੁੜ ਲਿਖੋ, ਜਾਂ ਤੁਸੀਂ ਇਸ ਨੂੰ ਸਮਾਲ j ਅਤੇ ਸਮਾਲ m ਦੀਆਂ ਟਰਮਾਂ ਵਿੱਚ ਵੀ ਮੁੜ ਲਿਖ ਸਕਦੇ ਹੋ। ਇਹ ਅਸੀਂ ਜੋ ਕਰਨਾ ਚਾਹੁੰਦੇ ਹਾਂ। ਓਕੇ, ਤਾਂ ਚਲੋ ਅਜਿਹਾ ਕਰਦੇ ਹਾਂ। ਤਾਂ ਅਸੀਂ ਕੀ ਵੇਖਿਆ ਕਿ na ਆਪਰੇਟਰ ਇਹ ਇੱਕ ਅਜਿਹੀ ਸਟੇਟ ਤੇ ਕੰਮ ਕਰਦਾ ਹੈ ਜੋ na ਅਤੇ nb ਹੈ। ਇਹ ਮੈਨੂੰ na ਦੇ ਸਕਦੀ ਹੈ। ਮੈਂ ਇੱਕ ਸਟੇਟ ਦੋਵਾਂ ਓਸੀਲੇਟਰਾਂ ਦੀ ਇੱਕੋ ਜਿਹੀ ਆਈਗਨ ਸਟੇਟ ਹੈ ਕਿਉਂਕਿ ਇਹ ਸਮਾਨ ਰੂਪ ਵਿੱਚ nb ਹਨ। ਠੀਕ ਹੈ। ਅਸੀਂ ਇਹ ਕਰ ਸਕਦੇ ਹਾਂ। ਮੈਂ ਵੀ j + m ਅਤੇ nb ਜੋ j - m ਹੈ ਲਿਖ ਸਕਦਾ ਹਾਂ, ਅਤੇ ਵੇਖੋ ਕਿ ਇਹ j3 ਕੀ ਹੈ। j3 ਕੁਝ ਵੀ ਨਹੀਂ ਹੈ, ਪਰ h ਕਰੋਸ ਟਾਈਮਸ na ਆਪਰੇਟਰ ਮਾਈਨਸ nb ਆਪਰੇਟਰ ਗੁਣਾ 2 ਰਾਈਟ। ਮੈਂ ਇਹ ਕਰ ਸਕਦਾ ਹਾਂ। ਤੁਹਾਨੂੰ ਕੀ ਪ੍ਰਾਪਤ ਹੋਵੇਗਾ? h ਕਰੋਸ na nb ਗੁਣਾ 2 ਅਤੇ na - nb ਕੁਝ ਨਹੀਂ ਹੈ, ਪਰ 2m ਗੁਣਾ 2 m ਹੋਵੇਗਾ। ਤੁਹਾਨੂੰ h ਕਰਾਸ m ਪ੍ਰਾਪਤ ਹੋਵੇਗਾ। ਤੁਸੀਂ na nb ਦੀ ਵਰਤੋਂ ਕਰਨ ਦੀ ਬਜਾਏ
ਦੁਬਾਰਾ ਲਿਖ ਸਕਦੇ ਹੋ। ਮੈਂ ਵੀ ਇਸ ਨੂੰ ਜੇ ਐਮ ਵਜੋਂ ਵੀ ਲਿਖ ਸਕਦਾ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਸਮਾਨਾਰਥੀ ਜਾਂ ਬਰਾਬਰ ਹੈ। ਸਾਡੇ ਕੋਲ ਹਾਰਮੋਨਿਕ ਓਸੀਲੇਟਰ ਦੇ ਲੈਡਰ ਆਪਰੇਟਰਾਂ ਦੀਆਂ ਟਰਮਸ ਵਿੱਚ ਰਿਪਰੈਜ਼ੈਂਟੇਸ਼ਨ ਜਾਂ ਐਂਗੂਲਰ ਮੋਮੈਂਟਮ ਆਪਰੇਟਰ ਹਨ। ਮੈਂ ਅੱਗੇ ਅਤੇ ਪਿੱਛੇ ਵੀ ਪਲੇ ਕਰ ਸਕਦਾ ਹਾਂ। ਅਜਿਹਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ, ਠੀਕ ਹੈ ਨਾ? ਮੈਂ ਇਸ ਨੂੰ ਫਾਰਮਲ ਤੌਰ ਤੇ ਕਰ ਸਕਦਾ ਹਾਂ। ਮੈਂ ਕਹਾਂਗਾ ਕਿ ਮੈਂ NA, NB ਦੀ ਵਰਤੋਂ ਕਰ ਸਕਦਾ ਹਾਂ, ਜੋ NA ਦੇ ਬਰਾਬਰ ਹੈ J ਪਲਸ M, ਅਤੇ NB ਜੋ J ਮਾਈਨਸ M ਹੈ, ਜਿਸ ਨੂੰ ਮੈਂ ਫਾਰਮਲ ਤੌਰ ਤੇ J, M ਵਜੋਂ ਲਿਖ ਸਕਦਾ ਹਾਂ। ਜਾਂ ਤਾਂ ਰਾਜ ਨੂੰ NA, NB ਦੁਆਰਾ ਡਿਨੋਟ ਕੀਤਾ ਜਾ ਸਕਦਾ ਹੈ, ਜਾਂ ਮੈਂ ਸਟੇਟ ਨੂੰ J, M ਦੁਆਰਾ ਡਿਨੋਟ ਕੀਤਾ ਜਾ ਸਕਦਾ ਹੈ, ਜੋ ਕਿ ਕੋਈ ਸਮੱਸਿਆ ਨਹੀਂ ਹੈ। NA ਅਤੇ NB ਤੋਂ J ਅਤੇ M ਦੇ ਵਿਚਕਾਰ ਰਿਲੇਨ ਬਿਲਕੁਲ ਠੀਕ ਹੈ। ਓਕੇ, ਅਗਲੀ ਚੀਜ਼ ਕੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ? J3 ਇਹ ਇੱਕ ਆਈਗਨ ਸਟੇਟ ਸੀ, ਜਿਸ ਤਰ੍ਹਾਂ ਨਾਲ ਅਸੀਂ ਹਾਰਮੋਨਿਕ ਓਸੀਲੇਟਰ ਵਿੱਚ ਕੀਤਾ ਸੀ, ਉਸੇ ਤਰ੍ਹਾਂ ਕਰਨ ਦੀ ਲੋੜ ਹੈ। ਕਿਵੇਂ ਨੰਬਰ ਤੇ ਇਹ ਆਪਰੇਟ ਕਰਦਾ ਹੈ? ਨੰਬਰ ਆਪਰੇਟਰ ਆਈਗਨ ਸਟੇਟ ਇਹ ਇੱਕ ਜਾਂ ਇੱਕ ਡੈਗਰ ਦੀ ਇੱਕ ਆਈਗਨ ਸਟੇਟ ਨਹੀਂ ਸੀ। ਅਸੀਂ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਰਦਾ ਹੈ ਅਤੇ ਇੱਕ ਡੈਗਰ ਕੀ ਕਰਦਾ ਹੈ। ਅਸੀਂ ਇੱਥੇ ਇੱਕੋ ਜਿਹਾ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇਸ ਨੂੰ ਬਹੁਤੇ ਸਰਲ ਕਿਵੇਂ ਕਰਦੇ ਹਾਂ? ਤੁਸੀਂ ਕਿਸੇ ਵੀ ਆਰਬਿਟਰੇਰੀ ਨੰਬਰ ਸਟੇਟ ਨੂੰ ਆਰਬਿਟਰੇਰੀ NA ਅਤੇ NB ਹਾਰਮੋਨਿਕ ਓਸੀਲੇਟਰ ਕੰਟੈਕਸਟ ਦੋ ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ, ਜਿਵੇਂ ਕਿ ਤੁਹਾਡੇ ਕੋਲ ਇਸ ਨਾਰਮਲਾਈਜੇਸ਼ਨ ਦੇ ਨਾਲ ਗਰਾਊਂਡ ਸਟੇਟ ਜਾਂ ਵੈਕਿਊਮ ਸਟੇਟ ਤੇ ਰੇਜ਼ਿੰਗ ਆਪਰੇਟਰ NA ਟਾਈਮਸ ਹੈ, ਅਤੇ ਇਸੇ ਤਰ੍ਹਾਂ ਗਰਾਊਂਡ ਸਟੇਟ ਤੇ ਇਸ ਨਾਰਮਲਾਈਜੇਸ਼ਨ ਦੇ ਨਾਲ B ਡੈਗਰ NB ਟਾਈਮਸ ਹੈ। ਤਾਂ ਇਹ ਇੱਕ ਆਪਰੇਟਰ ਰਿਪਰੈਜ਼ੈਂਟੇਟਿਵ ਜਾਂ ਵੈਕਿਊਮ ਤੇ ਕਿਰਿਆ ਕਰ ਰਿਹਾ ਆਪਰੇਟਰ ਹੈ, ਜੋ ਤੁਹਾਨੂੰ ਦੋ ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ ਦੀ ਆਰਬਿਟਰੇਰੀ ਸਟੇਟ ਦੇਵੇਗਾ। ਮੌਖਿਕ ਤੌਰ ਤੇ ਇਹ ਵੀ ਕਹਿਣਾ ਕਿ ਇਸ ਮੈਥਮੈਟਿਕਲ ਇਕੁਏਸ਼ਨ ਦਾ ਕੀ ਭਾਵ ਹੈ। ਹੁਣ ਅਸੀਂ ਇਸ ਤੱਥ ਦੀ ਵਰਤੋਂ ਕਰਨ ਜਾ ਰਹੇ ਹਾਂ ਕਿ NA NB ਕੁਝ ਵੀ ਨਹੀਂ ਹੈ ਪਰ ਐਂਗੂਲਰ ਮੋਮੈਂਟਮ ਮੈਗਨੈਟਿਕ ਕੁਆਂਟਮ ਨੰਬਰ ਨਾਲ ਰਿਲੇਸ਼ਨ ਹੈ, ਅਤੇ ਜੇ ਕੁਆਂਟਮ ਨੰਬਰ ਹੈ, ਤਾਂ ਇਹ M ਤੇ J 3m ਕਰੋਸ J M ਹੈ। ਇਹ ਉਹ ਜੋ ਮੈਂ ਤੁਹਾਡੇ ਲਈ ਹੱਲ ਕੀਤਾ ਹੈ। ਆਓ ਜਾਣਦੇ ਹਾਂ। J ਪਲਸ J M ਡੈਗਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ। BH ਕਰਾਸ, ਜੋ ਕਿ ਰਿਪਰੈਜ਼ੈਂਟੇਸ਼ਨ ਹੈ ਹਾਰਮੋਨਿਕ ਓਸੀਲੇਟਰ ਆਪਰੇਟਰਾਂ ਦੀਆਂ ਟਰਮਾਂ ਵਿੱਚ J ਪਲਸ, ਜੋ ਕਿ ਸਕੈਵਿੰਗਰ ਵਿਧੀ ਵਿੱਚ ਮੇਰੀ ਪਹਿਲੀ ਸਲਾਈਡ ਸੀ। ਪਰ ਤੁਸੀਂ ਜਾਣਦੇ ਹੋ ਕਿ B ਕਿਵੇਂ ਆਪਰੇਟ ਹੁੰਦਾ ਹੈ? ਇਹ ਕਿਵੇਂ ਆਪਰੇਟ ਹੁੰਦਾ ਹੈ? ਆਓ ਇਹ ਕਰਕੇ ਵੇਖਦੇ ਹਾਂ, ਕਿਉਂਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ J M J ਪਲਸ ਤੇ J ਪਲਸ ਵਿੱਚ ਰਿਪਰੈਜ਼ੈਂਟੇਸ਼ਨ ਹੈ, ਜੋ ਕਿ ਡੈਗਰ BH ਕਰੋਸ ਹੈ। ਇਸ ਲਈ ਤੁਸੀਂ J M ਤੇ J ਪਲਸ ਨੂੰ ਆਪਰੇਟ ਕਰਨਾ ਚਾਹੁੰਦੇ ਹੋ, ਜੋ J ਪਲਸ M ਲਈ ਬਰਾਬਰ NA ਤੇ J ਪਲਸ ਦੇ ਬਰਾਬਰ ਹੈ, ਅਤੇ NB G ਮਾਈਨਸ M ਦੇ ਬਰਾਬਰ ਹੈ। ਇਹ ਇੱਥੇ ਇੱਕੋ ਜਿਹਾ ਹੈ, ਸਟੇਟ ਵੀ ਉਹੀ ਹੈ, ਅਤੇ ਇੱਥੇ ਮੈਂ ਡੈਗਰ B ਨੂੰ ਆਪਰੇਟ ਕਰ ਸਕਦਾ ਹਾਂ। H ਕਰੋਸ ਵੈਸੇ ਵੀ ਇੱਕ ਨੰਬਰ ਹੈ ਜੋ J ਮਾਈਨਸ M ਦੇ ਬਰਾਬਰ J ਪਲਸ M NB ਦੇ ਬਰਾਬਰ NA ਹੈ। B ਕੀ ਕਰੇਗਾ? B ਪਹਿਲੀ ਸਟੇਟ ਜਾਂ ਦੂਜੀ ਸਟੇਟ ਤੇ ਆਪਰੇਟ ਹੋਵੇਗਾ। B ਨੰਬਰ ਸਟੇਟ ਤੇ ਆਪਰੇਟ ਹੋਵੇਗਾ। ਇਸ ਨਾਲ ਕੀ ਹੋਵੇਗਾ? ਮੇਰੇ ਲਈ ਯਾਦ ਕਰੋ ਕਿ NB ਤੇ B ਕੀ ਹੈ? NB ਰੂਟ NB ਟਾਈਮਸ ਤੇ B ਕੀ ਹੈ? NB ਮਾਈਨਸ 1 ਹੈ। NA ਰੂਟ NA ਪਲਸ 1 ਟਾਈਮ NA ਪਲਸ 1 ਤੇ ਡੈਗਰ ਬਾਰੇ ਕੀ ਖਿਆਲ ਹੈ? ਆਓ ਇਸ ਤੱਥ ਦੀ ਵਰਤੋਂ ਕਰਦੇ ਹਾਂ। ਸਾਨੂੰ ਇਸ ਤੋਂ ਕੀ ਪ੍ਰਾਪਤ ਹੋਵੇਗਾ? ਇਹ NA ਪਲਸ 1 NB ਮਾਈਨਸ 1 ਤੇ NA ਪਲਸ 1 ਰੂਟ ਦਾ ਰੂਟ ਹੋਵੇਗਾ। NA J ਪਲਸ ਹੋਵੇਗਾ, ਜੋ
ਜੇ -m ਹੈ। ਜੇ 3 ਆਈਗਨ ਵੈਲਿਊ ਅਤੇ ਜੇ ਆਈਗਨ ਵੈਲਿਊ ਨਾਲ ਕੀ ਹੋਵੇਗਾ ਜੇ ਆਈਗਨ ਵੈਲਿਊ ਉਸ ਵਾਂਗ ਹੀ ਹੈ ਜੋ ਤੁਸੀਂ ਉਮੀਦ ਕਰਦੇ ਹੋ ਜੇ 3 ਇੱਕ ਵੱਧ ਜਾਂਦਾ ਹੈ। ਓਕੇ, ਇਸ ਲਈ ਅਸੀਂ NA ਦੀ ਬਜਾਏ ਇਸ H ਕਰੋਸ ਨੂੰ ਫਿਰ ਤੋਂ ਲਿਖ ਸਕਦੇ ਹਾਂ। ਮੈਂ ਇਸ ਨੂੰ NB ਦੀ ਬਜਾਏ ਜੇ +m +1 ਵਜੋਂ ਰੱਖਾਂਗਾ। ਮੈਂ ਇਸ ਨੂੰ ਜੇ -m ਵਜੋਂ ਰੱਖਾਂਗਾ। ਇਹ ਠੀਕ ਹੈ। NB ਜੇ -m ਹੈ NA ਜੇ +m ਹੈ। ਅਤੇ ਮੈਂ ਇੱਥੇ ਕੀ ਲਿਖਿਆ ਹੈ? ਮੈਂ ਇਸ ਨੂੰ ਜੇ ਵਜੋਂ ਲਿਖ ਸਕਦਾ ਹਾਂ, ਜੇ ਨਹੀਂ ਬਦਲਦਾ। m +1 ਵਿੱਚ ਬਦਲ ਜਾਂਦਾ ਹੈ। ਇੱਥੇ ਇੱਕ ਗੱਲ ਹੋਰ, ਤੁਸੀਂ ਜਾਂਚ ਸਕਦੇ ਹੋ ਜੇਕਰ m ਜੇ ਹੈ ਤੁਹਾਨੂੰ ਇਹ ਵੀ ਪਤਾ ਹੈ ਤੁਸੀਂ ਜੇ ਜੇ +1 ਤੇ ਨਹੀਂ ਜਾ ਸਕਦੇ। ਠੀਕ, m ਰੇਂਜ ਮਾਈਨਸ ਜੇ ਤੋਂ ਜੇ ਤੱਕ ਹੈ। ਜੇ ਜੇ ਤੇ ਜੇ ਪਲਸ ਕੀ ਹੈ, ਇਸ ਲਈ ਅਸੀਂ ਇੱਥੇ ਜੇ -m ਦੇ ਸਕੁਏਅਰ ਰੂਟ ਵਜੋਂ ਜੇ m ਤੇ ਜੇ ਪਲਸ ਗਿਆਤ ਕਰਦੇ ਹਾਂ। ਜੇ +m +1 ਜੇ m1 ਤੇ h ਕਰਾਸ ਇਹ ਉਹ ਜੋ ਅਸੀਂ ਗਿਆਤ ਕੀਤਾ ਹੈ। ਜੇ ਤੇ ਜੇ ਪਲਸ ਕੀ ਹੈ? ਜੇ 0 ਹੈ ਜਾਂ ਇਸ ਦੇ ਬਰਾਬਰ ਹੈ। ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਤੁਹਾਡਾ m ਤੁਹਾਡੇ ਹਾਰਮੋਨਿਕ ਓਸੀਲੇਟਰ ਦੇ ਵਿਪਰੀਤ ਜੇ ਤੋਂ ਉੱਪਰ ਨਹੀਂ ਜਾਂਦਾ ਹੈ। ਸਾਡੇ ਕੋਲ ਹਾਰਮੋਨਿਕ ਓਸੀਲੇਟਰ ਵਿੱਚ ਅਪਰ ਕੱਟ ਆਫ ਵੀ ਹੈ। ਇੱਥੇ ਲੋਅਰ ਕੱਟ ਆਫ ਵੀ ਹੈ, ਜਿਸ ਤੇ ਤੁਸੀਂ ਨੰਬਰ ਆਈਗਨ ਵੈਲਿਊ ਵਿੱਚ 0 ਤੋਂ ਹੇਠਾਂ ਨਹੀਂ ਜਾ ਸਕਦੇ, ਪਰ ਅਪਰ ਆਈਗਨ ਵੈਲਿਊ ਕਿਤੇ ਵੀ ਜਾ ਸਕਦੀਆਂ ਹਨ। ਪਰ ਇੱਥੇ ਤੁਸੀਂ ਵੇਖਦੇ ਹੋ ਕਿ ਇੱਥੇ ਅਪਰ ਬਾਉਂਡ ਵੀ ਹੈ। ਇਸ ਨੂੰ ਜੇ ਮਾਈਨਸ ਵਾਸਤੇ ਦੁਬਾਰਾ ਕਰੋ ਕਿ ਤੁਸੀਂ ਸਾਰੇ ਜੇ ਮਾਈਨਸ ਲਈ ਇਹੀ ਫਿਰ ਤੋਂ ਕਰ ਸਕਦੇ ਹੋ। ਉਸ NA NB ਤੇ AB ਡੈਗਰ ਲਈ ਆਪਰੇਟਰ ਕੀ ਹੈ? ਅਸੀਂ ਬਾਅਦ ਵਿੱਚ ਸਬਸਟੀਟਿਊਟ ਕਰਾਂਗੇ। ਕੀ ਹੁੰਦਾ ਹੈ? ਇਹ ਹੋਵੇਗਾ ਇਹ ਤੁਹਾਨੂੰ NA ਦੇਵੇਗਾ B ਡੈਗਰ ਤੁਹਾਨੂੰ NB +1 ਦੇਵੇਗਾ ਅਤੇ ਸਟੇਟ NA ਨੂੰ NA-1 ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। B ਨੂੰ NB +1 ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਜੇ ਆਈਗਨ ਵੈਲਿਊ ਕੀ ਹੁੰਦੀ ਹੈ? ਮੈਗਨੇਟਿਕ ਕੁਆਂਟਮ ਨੰਬਰ ਨਾਲ ਕੀ ਹੁੰਦਾ ਹੈ? ਜੇ ਮੁੜ ਤੋਂ ਲਿਖਣਾ ਇੱਕ ਅਸਮਾਨ ਹੈ, ਪਰ m ਨੂੰ -1 ਨਾਲ ਬਦਲ ਦਿੱਤਾ ਜਾਂਦਾ ਹੈ। ਇਸ ਲਈ ਆਓ ਜੇ +m ਜੇ -m +1 ਵਜੋਂ NA ਨੂੰ ਮੁੜ ਲਿਖਦੇ ਹਾਂ। ਰਾਈਟ, ਜੇ +jm ਵਜੋਂ NA ਨੂੰ ਸਬਟ੍ਰੈਕਟ ਕਰ ਰਿਹਾ ਹਾਂ। ਮਾਫ ਕਰਨਾ, ਜੇ -m ਵਜੋਂ ਜੇ ਪਲਸ ਅਤੇ NB ਮੈਂ ਇਹੀ ਕਰ ਰਿਹਾ ਹਾਂ ਅਤੇ ਇਹ ਮੈਂ ਇਸ ਨੂੰ m-1 ਵਜੋਂ ਲਿਖ ਸਕਦਾ ਹਾਂ। ਠੀਕ, ਇਹ ਰੇਜ਼ਿੰਗ ਆਪਰੇਟਰ ਵਾਂਗ ਹੈ, ਜੋ ਇਸ ਕੋਐਫੀਸ਼ੀਐਂਟ ਨਾਲ ਇੱਕ ਯੂਨਿਟ ਤੱਕ ਮੈਗਨੇਟਿਕ ਕੁਆਂਟਮ ਨੰਬਰ ਨੂੰ ਲੈਂਦਾ ਹੈ। ਅਤੇ ਇਹ ਕੋਐਫੀਸ਼ੀਐਂਟ ਅਸੀਂ ਦੋ ਇੰਡੀਪੈਂਡੈਂਟ ਹਾਰਮੋਨਿਕ ਓਸੀਲੇਟਰ ਦੇ ਲੈਡਰ ਓਸੀਲੇਟਰਾਂ ਦੀਆਂ ਟਰਮਾਂ ਵਿੱਚ ਜੇ ਪਲਸ ਲਈ ਪੇਸ਼ਕਾਰੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਗਿਆਤ ਕਰ ਲਿਆ ਹੈ ਕਿ ਅਸੀਂ ਇਸ ਨੂੰ ਅਲਜੇਬਰਾ ਰੂਪ ਵਿੱਚ ਇੰਡੀਪੈਂਡੈਂਟ ਕਰ ਸਕਦੇ ਹੋ। ਪਰ ਮੈਂ ਹੁਣ ਇਸ ਨੂੰ ਸਕਵਿੰਦਰ ਵਿਧੀ ਦੁਆਰਾ ਕੀਤਾ ਹੈ ਅਤੇ ਅਸੀਂ ਵੇਖਦੇ ਹਾਂ ਕਿ ਇੱਕ ਅਪਰ ਬਾਉਂਡ ਹੈ ਜੋ ਰੇਜ਼ਿੰਗ ਆਪਰੇਟਰ ਹੈ ਉਹ ਇਨਫਿਨਿਟੀ ਨਹੀਂ ਜਾ ਸਕਦਾ ਹੈ ਜੇਕਰ ਇਹ ਇਸ ਜੇ ਤੇ ਆਪਰੇਟ ਕਰਦਾ ਹੈ ਜਿੱਥੇ ਮੈਗਨੇਟਿਕ ਕੁਆਂਟਮ ਨੰਬਰ ਜੇ ਸਕੁਏਅਰਡ ਕੁਆਂਟਮ ਨੰਬਰ ਵਰਗਾ ਹੁੰਦਾ ਹੈ ਜੋ 0 ਦੇ ਬਰਾਬਰ ਹੁੰਦਾ ਹੈ, ਜੋ -j ਦੇ ਬਰਾਬਰ ਜੇ -jm ਨਾਲ। ਕੀ ਹੋਵੇਗਾ ਜੇਕਰ ਮੈਂ ਇਸ ਨੂੰ ਆਪਰੇਟ ਕਰਦਾ ਹਾਂ? ਇਹ ਵੇਖੋ ਆਈਗਨ ਵੈਲਿਊ ਜੋ ਇਹ ਬਣ ਜਾਵੇਗੀ। ਤਾਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਸਾਨੂੰ ਖਾਸ ਜੇ ਲਈ ਸਟੇਜ ਪ੍ਰਾਪਤ ਹੁੰਦੀ ਹੈ। ਇਹ -j +1 ਜੇ ... ਤੋਂ ਜਾਂਦਾ ਹੈ ਅਤੇ ਇੱਕ ਅਪਰ ਬਾਉਂਡ ਹੈ ਜੋ ਦਿੱਤੇ ਗਏ ਜੇ ਆਈਗਨ ਵੈਲਿਊ ਲਈ ਮੈਗਨੇਟਿਕ ਕੁਆਂਟਲ ਵਾਸਤੇ +j ਹੈ। ਇਹ m ਮੈਗਨੇਟਿਕ
ਕੁਆਂਟਮ ਨੰਬਰ -j2+, ਜੇ ਤੋਂ ਵੈਲਿਊ ਲਵੇਗਾ, ਇਸ ਲਈ ਇਸ ਨੂੰ ਦਿੱਤੇ ਗਏ ਜੇ ਨਾਲ ਮਲਟੀਪਲਾਈ ਕੀਤਾ ਜਾਵੇਗਾ ਜਾਂ ਦਿੱਤੇ ਗਏ ਜੇ ਨਾਲ ਸਾਰੀਆਂ ਸਟੇਟਾਂ 2j+1 ਹੋ ਜਾਣਗੀਆਂ। ਤਾਂ ਬਸ ਇਸ ਨੂੰ ਸਲਾਈਡ ਤੇ ਫਿਰ ਤੋਂ ਵੇਖਣ ਲਈ ਅਸੀਂ ਇਹੀ ਕੀਤਾ ਅਤੇ ਤੁਸੀਂ ਜੇ 3 ਆਈਗਨ ਵੈਲਿਊਜ਼ ਨੂੰ MH ਕਰੋਸ ਅਤੇ ਫਿਰ j+ ਵਜੋਂ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇਕਰ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਵਧੇ ਹੋਏ 1 ਨਾਲ NA ਅਤੇ ਘਟੇ ਹੋਏ 1 ਨਾਲ NB ਪ੍ਰਾਪਤ ਹੋਵੇਗਾ, ਜਿਸ ਨੂੰ ਤੁਸੀਂ J ਵਜੋਂ ਲਿਖ ਸਕਦੇ ਹੋ ਅਤੇ ਮੈਗਨੇਟਿਕ ਕੁਆਂਟਮ ਨੰਬਰ 1 ਵੱਧ ਜਾਂਦਾ ਹੈ ਜੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਅਤੇ ਤੁਸੀਂ J+M ਅਤੇ J-M ਦੀਆਂ ਟਰਮਜ਼ ਵਿੱਚ ਇਹਨਾਂ ਸਾਰੀਆਂ NA ਆਈਗਨ ਵੈਲਿਊਜ਼ ਅਤੇ NB ਆਈਗਨ ਵੈਲਿਊਜ਼ ਨੂੰ ਫਿਰ ਤੋਂ ਲਿਖਿਆ ਹੈ ਅਤੇ ਰੇਜ਼ਿੰਗ ਆਪਰੇਟਰ ਹੈ, ਜਿਸ ਵਿੱਚ ਇਹ ਪ੍ਰਾਪਰਟੀ ਹੈ ਕਿ ਅਪਰ ਕੱਟ ਆਫ ਹੈ ਕਿਉਂਕਿ MJ ਨਾਲੋਂ ਵੱਧ ਨਹੀਂ ਹੋ ਸਕਦਾ ਹੈ ਅਤੇ ਤੁਸੀਂ ਇਸ ਨੂੰ ਸੁਭਾਵਿਕ ਤੌਰ ਤੇ ਵੇਖਦੇ ਹੋ ਅਤੇ ਤੁਸੀਂ ਅਜਿਹਾ ਕਰਦੇ ਹੋ। ਤੁਸੀਂ ਵੇਖਦੇ ਹੋ ਕਿ ਜਦੋਂ J=M=J ਦੇ ਹੈ ਤਾਂ ਇਹ ਟਰਮ 0 ਹੋ ਜਾਂਦੀ ਹੈ। ਇਸ ਤਰ੍ਹਾਂ J- ਲੋਅਰਿੰਗ ਆਪਰੇਟਰ ਹੈ ਅਤੇ ਅਸੀਂ ਹੁਣੇ ਹੀ ਇਹ ਕੀਤਾ ਹੈ ਅਤੇ ਲੋਅਰਿੰਗ ਆਪਰੇਟਰ ਵਿੱਚ ਕੱਟ ਆਫ ਘੱਟ ਹੁੰਦਾ ਹੈ। ਇਹ -J ਦੇ ਇਕੁਅਲ M ਤੋਂ ਪਰੇ ਨਹੀਂ ਹੋ ਸਕਦਾ ਹੈ, ਇਸ ਲਈ ਤੁਸੀਂ ਇਸ ਨੂੰ ਵੇਖ ਸਕਦੇ ਹੋ। ਕਿਰਪਾ ਕਰਕੇ ਚੀਜ਼ਾਂ ਦੀ ਪੁਸ਼ਟੀ ਕਰੋ, ਤੁਸੀਂ ਇਸ ਨੂੰ ਲੋਅਰਿੰਗ ਆਪਰੇਟਰ ਵਜੋਂ ਵੀ ਲਿਖ ਸਕਦੇ ਹੋ। ਓਕੇ, ਸੰਖੇਪ ਵਿੱਚ ਅਸੀਂ ਦੋ ਇੰਡੀਪੈਂਡੈਂਟ ਓਸਕੀਲੇਟਰਾਂ ਦੀ ਵਰਤੋਂ ਕਰਕੇ ਪ੍ਰਾਪਤ ਐਂਗੂਲਰ ਮੋਮੈਂਟਮ ਦੀ ਰਿਪਰੈਜ਼ੈਂਟੇਸ਼ਨ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਹੈ ਅਤੇ ਅਸੀਂ ਚਾਹੁੰਦੇ ਹਾਂ ਮੁੱਖ ਉਦੇਸ਼ ਉਹਨਾਂ ਤੋਂ ਸਿਰਜੀ ਗਈ ਐਂਗੂਲਰ ਮੋਮੈਂਟਮ ਅਲਜੈਬਰਾ ਨੂੰ ਧਿਆਨ ਵਿੱਚ ਰੱਖਾ ਸੀ, ਯਾਨੀ ਕਿ ਉਹਨਾਂ ਨੂੰ ਇਸ ਨੂੰ ਹੱਲ ਕਰਨਾ ਹੋਵੇਗਾ। ਓਕੇ, J+J-2 ਵਾਰੀ J3H ਕਰੋਸ ਦੇ ਬਰਾਬਰ ਹੈ ਅਤੇ ਐਂਗੂਲਰ ਮੋਮੈਂਟਮ ਕੰਟੈਕਸਟ ਵਿੱਚ J3 ਦੋ ਲੈਡਰ ਆਪਰੇਟਰ ਰੇਜ਼ਿੰਗ ਆਪਰੇਟਰ ਹਨ, ਜਿਸ ਵਿੱਚ ਅਪਰ ਕੱਟ ਆਫ ਹੁੰਦਾ ਹੈ। ਇਹ ਇੰਡੈਫਿਨਿਟਲੀ ਨਹੀਂ ਜਾ ਸਕਦਾ ਹੈ ਅਤੇ ਮਾਈਨਸ ਲੋਅਰਿੰਗ ਆਪਰੇਟਰ ਹੈ। ਇਸ ਵਿੱਚ ਪਲਸ ਜਾਂ -J+ ਜਾਂ -H ਕਰੋਸ ਹੋਣਾ ਚਾਹੀਦਾ ਹੈ। ਓਕੇ, ਇਸ ਲਈ ਅਸੀਂ ਇਸ ਨੂੰ ਐਂਗੂਲਰ ਮੋਮੈਂਟਮ ਅਲਜੇਬਰਾ ਕਹਿੰਦੇ ਹਾਂ। ਤੁਸੀਂ ਜੋ ਕਰ ਸਕਦੇ ਹੋ ਉਹ ਠੀਕ ਉਹੀ ਹੈ ਜਿਵੇਂ ਅਸੀਂ ਹਾਰਮੋਨਿਕ ਓਸੀਲੇਟਰ ਅਲਜੇਬਰਾ ਲਈ ਕੀਤਾ ਸੀ। ਇਹ ਤੁਹਾਡੇ ਲਈ ਜਾਂਚ ਕਰਨ ਵਾਸਤੇ ਹੈ। ਸ਼ੁੱਕਰਵਾਰ ਨੂੰ ਚਰਚਾ ਕਰਾਂਗੇ। ਸੁਤੰਤਰ ਤੌਰ ਤੇ ਇਸ ਨੂੰ J.J ਅਤੇ J3 ਦੀ ਆਈਗਨ ਸਟੇਟ ਵਜੋਂ ਲਓ ਜੋ ਕਿ J, M ਹੈ। ਇਸ ਅਲਜੇਬਰਾ ਦੀ ਵਰਤੋਂ ਇਹ ਪਤਾ ਲਾਉਣ ਲਈ ਕਰੋ ਕਿ J+ ਅਤੇ J-M ਨੂੰ ਪਲਸ ਜਾਂ -1 ਤੋਂ ਘੱਟ ਕਰ ਦੇਵੇਗਾ ਜਾਂ M ਨੂੰ ਪਲਸ ਜਾਂ ਮਾਈਨਸ ਨਾਲ ਬਦਲੋ ਅਤੇ ਸਾਨੂੰ ਕੋਐਫੀਸ਼ੀਐਂਟ ਨੂੰ ਠੀਕ ਕਰਨ ਦੀ ਲੋੜ ਹੈ। ਕੋਈ ਸਿਸਟੇਮੈਟਿਕ ਤਰੀਕਾ ਹੈ ਜਿਸ ਨਾਲ ਤੁਸੀਂ ਕੋਐਫੀਸ਼ੀਐਂਟ ਨੂੰ ਠੀਕ ਕਰ ਸਕਦੇ ਹੋ, ਠੀਕ ਉਦਾਂ ਹੀ ਜਿਵੇਂ ਅਸੀਂ ਹਾਰਮੋਨਿਕ ਓਸੀਲੇਟਰ ਲਈ ਕੀਤਾ ਸੀ ਅਤੇ √NA ਅਤੇ √NA+1 ਨੂੰ ਫਿਕਸ ਕੀਤਾ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਸਿਰਫ ਦੋ ਇੰਡੀਪੈਂਡੈਂਟ ਓਸੀਲੇਟਰ ਦੀ ਸਕਵਿੰਦਰ ਵਿਧੀ ਦੀ ਵਰਤੋਂ ਕੀਤੇ ਬਿਨਾਂ ਇਸ ਅਲਜੇਬਰਾ ਨੂੰ ਵੇਖਣ ਲਈ ਕਹੋ ਜੋ ਇਸ ਅਲਜੇਬਰਾ ਵਾਸਤੇ ਰਿਪਰੈਜ਼ੈਂਟੇਸ਼ਨ ਜਾਂ ਇੱਕ ਡਰੈਸ ਸੀ ਅਤੇ ਅਸੀਂ ਇਹਨਾਂ ਟੌਪ 2 ਨੂੰ ਪ੍ਰਾਪਤ ਕਰ ਸਕਦੇ ਹਾਂ। ਪਰ ਕੀ ਅਸੀਂ ਇਹਨਾਂ ਦੋਨਾਂ ਨੂੰ ਸਿਰਫ ਇਸ ਅਲਜੇਬਰਾ ਨੂੰ ਵੇਖ ਕੇ ਇਸ ਤਰ੍ਹਾਂ ਪ੍ਰੈਜ਼ੈਂਟੇਸ਼ਨ ਜਾਂ ਡਰੈਸ ਦਿੱਤੇ ਬਿਨਾਂ ਪ੍ਰਾਪਤ ਕਰ ਸਕਦੇ ਹਾਂ? ਡਰੈਸ ਜਾਂ ਪੇਸ਼ਕਾਰੀ ਦੁਆਰਾ ਮੇਰਾ ਭਾਵ ਹੈ ਕਿ ਅਸੀਂ ਹਾਰਮੋਨਿਕ ਓਸੀਲੇਟਰ ਦੇ ਲੈਡਰ ਆਪਰੇਟਰਾਂ ਦੀਆਂ ਟਰਮਾਂ ਵਿੱਚ J- ਲਿਖਿਆ ਹੈ। ਹੁਣ ਅਸੀਂ ਕੁਝ ਵੀ ਨਹੀਂ ਦਿੰਦੇ ਹਾਂ, ਪਰ ਅਸੀਂ ਸਿਰਫ ਅਲਜੇਬਰਾ ਨੂੰ ਵੇਖਦੇ ਹਾਂ। ਕੀ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ? ਕੀ ਤੁਹਾਨੂੰ ਇਸ ਤਰ੍ਹਾਂ J- ਮਿਲਦਾ ਹੈ? J+ ਇਸ ਨੂੰ ਐਕਸਪਲਿਸਿਟ ਕੋਐਫੀਸ਼ੀਐਂਟ ਨਾਲ ਇੱਕ ਯੂਨਿਟ ਤੋਂ ਵਧਾਉਂਦਾ ਹੈ। ਮੈਂ ਤੁਹਾਡੇ ਕੋਸ਼ਿਸ਼ ਕਰਨ ਲਈ ਇਸ ਨੂੰ ਛੱਡ ਦੇਵਾਂਗਾ। ਅਸੀਂ ਚਰਚਾ ਕਰਾਂਗੇ